ਗੁੱਡ ਮਾਰਨਿੰਗ ਸਟੂਡੈਂਟਸ। ਬੇਟਾ ਅੱਜ ਆਪਾਂ 9th ਕਲਾਸ ਦੀ ਸਾਹਿਤਮਾਲਾ ਦੀ ਪਾਠ ਪੁਸਤਕ ਵਿੱਚ ਦਰਜ ਪੁਰਾਤਨ ਜਨਮ ਸਾਖੀ ਇਸ ਬਾਰੇ ਪੜ੍ਹਾਂਗੇ। ਇਸ ਤੋਂ ਬਾਅਦ ਅਸੀਂ ਸੁਲਤਾਨਪੁਰ ਨੂੰ ਤਿਆਰੀ ਅਤੇ ਮੋਦੀ ਖਾਨਾ ਸੰਭਾਲਿਆ ਇਸ ਬਾਰੇ ਵੀ ਪੜ੍ਹਾਂਗੇ। ਇਹ ਬੇਟਾ ਪੇਜ ਨੰਬਰ 77 'ਤੇ ਆ। ਦੇਖੋ ਬੇਟਾ, ਸਭ ਤੋਂ ਪਹਿਲਾਂ ਪੁਰਾਤਨ ਜਨਮ ਸਾਖੀ। ਪੰਜਾਬੀ ਬੋਲੀ ਵਿੱਚ ਲਿਖੀ ਵਾਰਤਕ ਦੀਆਂ ਹੁਣ ਤੱਕ ਮਿਲੀਆਂ ਸਭ ਤੋਂ ਪਹਿਲੀਆਂ ਪੋਥੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦੀਆਂ ਹਨ। ਇਹਨਾਂ ਦਾ ਨਾਂ ਜਨਮ ਸਾਖੀਆਂ ਹੈ। ਕੁਝ ਵਿਦਵਾਨ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਸਭ ਤੋਂ ਪੁਰਾਣੀ ਪੋਥੀ ਮੰਨਦੇ ਹਨ, ਪਰ ਭਾਈ ਵੀਰ ਸਿੰਘ ਨੇ ਪੁਰਾਤਨ ਜਨਮ ਸਾਖੀ ਨੂੰ ਪ੍ਰਾਪਤ ਜਨਮ ਸਾਖੀਆਂ ਵਿੱਚੋਂ ਪਹਿਲੀ ਮੰਨਿਆ ਹੈ। ਪੁਰਾਤਨ ਜਨਮ ਸਾਖੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਸਭ ਤੋਂ ਪਹਿਲਾ ਬਿਰਤਾਂਤ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਸਾਹਿਬ ਕਿੱਥੇ ਕਿੱਥੇ ਗਏ ਅਤੇ ਕਿਸ ਕਿਸ ਨਾਲ ਮਿਲ ਕੇ ਉਸ ਦੇ ਨਾਲ ਸੰਵਾਦ ਰਚਾਇਆ। ਇਸ ਵਿੱਚ ਹਿੰਦੂ ਸਾਧੂ ਸੰਤ ਵੀ ਸ਼ਾਮਲ ਹਨ ਅਤੇ ਮੁਸਲਮਾਨ ਸੂਫੀ ਫਕੀਰ ਦਰਵੇਸ਼ ਵੀ। ਕੁਛ ਗੁਰੂ ਸਾਹਿਬ ਨੇ ਹਰ ਥਾਂ ਰੱਬੀ ਪ੍ਰੇਮ ਅਤੇ ਮਨੁੱਖੀ ਪਿਆਰ ਸਤਿਕਾਰ ਦਾ ਸਬਕ ਦਿੱਤਾ ਹੈ। ਇਸੇ ਗੱਲ ਨੂੰ ਜਨਮ ਸਾਖੀ ਦੀਆਂ ਸਾਖੀਆਂ ਵਿੱਚ ਵਾਰ-ਵਾਰ ਦ੍ਰਿੜਾਇਆ ਗਿਆ ਹੈ। ਨੈਕਸਟ ਬੇਟਾ ਸੁਣੋ, ਸੁਲਤਾਨਪੁਰ ਨੂੰ ਤਿਆਰੀ। ਕੀ ਦੱਸਿਆ ਗਿਆ ਇਸ ਵਿੱਚ? ਕਹਿੰਦੇ ਨੇ ਕਿ ਪਰਮਾਤਮਾ ਦੀ ਆਗਿਆ ਹੋਈ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਹਰ ਆਏ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੀਜਾ ਜੈ ਰਾਮ, ਜਿਹੜਾ ਕਿ ਸੁਲਤਾਨਪੁਰ ਵਿੱਚ ਨਵਾਬ ਦੌਲਤ ਖਾਂ ਦਾ ਮੋਦੀ ਸੀ। ਜਦੋਂ ਕਹਿੰਦੇ ਜੈ ਰਾਮ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਕੁਛ ਨਹੀਂ ਕਰਦੇ, ਸਾਰਾ ਦਿਨ ਉਦਾਸ ਰਹਿੰਦੇ ਹਨ, ਤਾਂ ਜੈ ਰਾਮ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲ ਚਿੱਠੀ ਲਿਖੀ ਅਤੇ ਉਸ ਵਿੱਚ ਆਪਣੇ ਕੋਲ ਆਉਣ ਲਈ ਕਿਹਾ। ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚਿੱਠੀ ਪੜ੍ਹੀ ਅਤੇ ਵਿੱਚ ਪੜ੍ਹਿਆ ਕਿ ਜੈ ਰਾਮ ਨੇ ਉਸ ਗੁਰੂ ਜੀ ਨੂੰ ਆਪਣੇ ਕੋਲ ਬੁਲਾਇਆ ਹੈ, ਤਾਂ ਇਹ ਗੱਲ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਘਰਦਿਆਂ ਨਾਲ ਕੀਤੀ। ਇਹ ਗੱਲ ਸੁਣ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਵਾਲੇ ਬਹੁਤ ਖੁਸ਼ ਹੋਏ। ਉਹਨਾਂ ਨੇ ਸੋਚਿਆ ਕਿ ਸ਼ਾਇਦ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਜੀਜੇ ਕੋਲ ਜਾ ਕੇ ਕੋਈ ਨਾ ਕੋਈ ਕੰਮ ਕਰਨ ਲੱਗ ਹੀ ਜਾਣਗੇ। ਜਦੋਂ ਇਸ ਗੱਲ ਦਾ ਪਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਤਨੀ ਨੂੰ ਲੱਗਿਆ ਕਿ ਗੁਰੂ ਜੀ ਸੁਲਤਾਨਪੁਰ ਜਾ ਰਹੇ ਹਨ, ਤਾਂ ਉਸਨੇ ਗੁਰੂ ਜੀ ਦੇ ਨਾਲ ਜਾਣ ਦੀ ਜਿੱਦ ਕੀਤੀ। ਗੁਰੂ ਜੀ ਨੇ ਆਪਣੀ ਪਤਨੀ ਨੂੰ ਸਮਝਾਉਂਦਿਆਂ ਕਿਹਾ ਕਿ ਉਹ ਜਿੱਦ ਨਾ ਕਰੇ, ਉਹਨਾਂ ਨੂੰ ਸਾਰੇ ਸੰਸਾਰ ਦੀ ਪਾਤਸ਼ਾਹੀ ਮਿਲੀ ਹੋਈ ਹੈ। ਗੁਰੂ ਜੀ ਨੂੰ ਉਹਨਾਂ ਦੀ ਪਤਨੀ ਨੇ ਫਿਰ ਕਿਹਾ ਕਿ ਇਹ ਸੰਸਾਰ ਉਹਨਾਂ ਦੇ ਕਿਸੇ ਕੰਮ ਨਹੀਂ, ਉਹਨਾਂ ਤੋਂ ਬਿਨਾਂ, ਇਸ ਲਈ ਮੈਨੂੰ ਨਾਲ ਹੀ ਲੈ ਚੱਲੋ। ਗੁਰੂ ਜੀ ਨੇ ਫਿਰ ਆਪਣੀ ਪਤਨੀ ਨੂੰ ਸਮਝਾਉਂਦਿਆਂ ਕਿਹਾ ਕਿ ਜਦੋਂ ਕਿਤੇ ਰੁਜ਼ਗਾਰ ਦੀ ਗੱਲ ਬਣੇਗੀ ਤਾਂ ਉਹ ਉਸ ਨੂੰ ਵੀ ਕੋਲ ਬੁਲਾ ਲੈਣਗੇ। ਇਹ ਗੱਲ ਸੁਣ ਕੇ ਗੁਰੂ ਜੀ ਦੀ ਪਤਨੀ ਚੁੱਪ ਕਰ ਗਈ। ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਪਰਿਵਾਰ ਤੋਂ ਵਿਦਾ ਲੈ ਕੇ ਸੁਲਤਾਨਪੁਰ ਨੂੰ ਚੱਲ ਪਏ। ਨੈਕਸਟ ਬੇਟਾ, ਮੋਦੀ ਖਾਨਾ ਸੰਭਾਲਿਆ। ਇਸ ਵਿੱਚ ਦੱਸਿਆ ਗਿਆ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਪਹੁੰਚ ਜਾਂਦੇ ਹਨ। ਸੁਲਤਾਨਪੁਰ ਪਹੁੰਚਣ 'ਤੇ ਗੁਰੂ ਜੀ ਦਾ ਜੀਜਾ ਜੈ ਰਾਮ ਬਹੁਤ ਖੁਸ਼ ਹੁੰਦਾ ਹੈ। ਉਹ ਦਰਬਾਰ ਵਿੱਚ ਨਵਾਬ ਦੌਲਤ ਖਾਂ ਅੱਗੇ ਬੇਨਤੀ ਕਰਦਾ ਹੈ ਕਿ ਉਹਨਾਂ ਦਾ ਇੱਕ ਸਾਲਾ ਆਇਆ ਹੈ, ਜਿਹੜਾ ਕਿ ਉਹਨਾਂ ਨੂੰ ਮਿਲਣਾ ਚਾਹੁੰਦਾ ਹੈ। ਨਵਾਬ ਦੇ ਹਾਂ ਕਰਨ 'ਤੇ ਜੈ ਰਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਦਰਬਾਰ ਵਿੱਚ ਲੈ ਕੇ ਆਏ। ਗੁਰੂ ਜੀ ਨਵਾਬ ਨੂੰ ਕੁਛ ਤੋਹਫੇ ਲੈ ਕੇ ਮਿਲੇ। ਨਵਾਬ ਗੁਰੂ ਜੀ ਨੂੰ ਦੇਖ ਕੇ ਬਹੁਤ ਖੁਸ਼ ਹੋਇਆ। ਉਹ ਗੁਰੂ ਜੀ ਵੱਲ ਦੇਖ ਕੇ ਕਹਿਣ ਲੱਗੇ ਕਿ ਇਹ ਬਹੁਤ ਇਮਾਨਦਾਰ ਹੈ। ਦੌਲਤ ਖਾਨ ਨੇ ਜੈ ਰਾਮ ਨੂੰ ਕਿਹਾ ਕਿ ਜਿਹੜਾ ਕੰਮ ਤੁਹਾਡੇ ਕੋਲ ਹੈ ਉਹ ਕੰਮ ਗੁਰੂ ਜੀ ਨੂੰ ਸੌਂਪ ਦਿੱਤਾ ਜਾਵੇ। ਇਹ ਗੱਲ ਸੁਣ ਕੇ ਗੁਰੂ ਜੀ ਅਤੇ ਜੈ ਰਾਮ ਬਹੁਤ ਖੁਸ਼ ਹੁੰਦੇ ਹਨ ਅਤੇ ਘਰ ਵਾਪਸ ਆ ਜਾਂਦੇ ਹਨ। ਅਗਲੇ ਦਿਨ
ਗੁਰੂ ਜੀ ਆਪਣੇ ਕੰਮ 'ਤੇ ਜਾਂਦੇ ਹਨ। ਉਹ ਕੰਮ ਗੁਰੂ ਜੀ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਹਨ। ਉਹਨਾਂ ਦੇ ਕੰਮ ਨੂੰ ਦੇਖ ਕੇ ਸਾਰੇ ਲੋਕ ਪ੍ਰਸ਼ੰਸਾ ਕਰਦੇ ਹਨ। ਉਹਨਾਂ ਦੇ ਕੰਮ ਦੀ ਪ੍ਰਸ਼ੰਸਾ ਨਵਾਬ ਦੌਲਤ ਖਾਂ ਕੋਲ ਵੀ ਹੁੰਦੀ ਹੈ। ਗੁਰੂ ਜੀ ਹਰ ਰੋਜ਼ ਰਾਤ ਨੂੰ ਕੀਰਤਨ ਕਰਦੇ ਹਨ। ਗੁਰੂ ਜੀ ਕੋਲ ਮਰਦਾਨਾ ਵੀ ਪਹੁੰਚ ਜਾਂਦਾ ਹੈ। ਗੁਰੂ ਜੀ ਨੇ ਬਾਬੇ ਦੀ ਰਸੋਈ ਤਿਆਰ ਕੀਤੀ, ਜਿੱਥੇ ਬੈਠ ਕੇ ਸਾਰੇ ਲੰਗਰ ਛਕਦੇ ਸਨ। ਗੁਰੂ ਜੀ ਕੋਲ ਜਿਹੜਾ ਵੀ ਨੌਕਰੀ ਲੈਣ ਲਈ ਮੋਦੀਖਾਨੇ ਵਿੱਚ ਆਉਂਦਾ, ਗੁਰੂ ਜੀ ਸਾਰਿਆਂ ਨੂੰ ਕੰਮ 'ਤੇ ਰੱਖ ਲੈਂਦੇ। ਰਾਤ ਹੁੰਦੀ ਅਤੇ ਗੁਰੂ ਜੀ ਵੇਈ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ। ਸਵੇਰੇ ਤਿਆਰ ਹੋ ਕੇ ਦਫ਼ਤਰ ਵਿੱਚ ਆ ਕੇ ਬਹਿੰਦੇ ਅਤੇ ਆਪਣੇ ਕੰਮ ਵਿੱਚ ਲੱਗ ਜਾਂਦੇ। ਇਹ ਸੀ ਬੇਟਾ ਆਪਣਾ ਮੋਦੀਖਾਨਾ ਸੰਭਾਲਿਆ ਅਤੇ ਸੁਲਤਾਨਪੁਰ ਦੀ ਤਿਆਰੀ। ਨੈਕਸਟ ਇਸ ਦੇ ਕੁਐਸਚਨ ਆਨਸਰ। ਜੈ ਰਾਮ ਨਵਾਬ ਦੌਲਤ ਖਾਂ ਦੇ ਅਧੀਨ ਕੀ ਨੌਕਰੀ ਕਰਦਾ ਸੀ? ਜੈ ਰਾਮ ਨਵਾਬ ਦੌਲਤ ਖਾਂ ਦੇ ਅਧੀਨ ਮੋਦੀ ਸੀ। ਸੁਲਤਾਨਪੁਰ ਦੇ ਨਵਾਬ ਦਾ ਕੀ ਨਾਂ ਸੀ? ਸੁਲਤਾਨਪੁਰ ਦੇ ਨਵਾਬ ਦਾ ਨਾਂ ਦੌਲਤ ਖਾਂ ਸੀ। ਸੁਲਤਾਨਪੁਰ ਵਿੱਚ ਗੁਰੂ ਜੀ ਕੋਲ ਕਿਹੜਾ ਸਾਥੀ ਆਇਆ? ਸੁਲਤਾਨਪੁਰ ਵਿੱਚ ਗੁਰੂ ਜੀ ਕੋਲ ਮਰਦਾਨਾ ਆਇਆ। ਸੁਲਤਾਨਪੁਰ ਵਿਖੇ ਗੁਰੂ ਜੀ ਕਿਹੜੀ ਨਦੀ 'ਤੇ ਇਸ਼ਨਾਨ ਕਰਨ ਗਏ? ਸੁਲਤਾਨਪੁਰ ਵਿਖੇ ਗੁਰੂ ਜੀ ਵੇਈ ਨਦੀ 'ਤੇ ਇਸ਼ਨਾਨ ਕਰਨ ਗਏ। ਗੁਰੂ ਜੀ ਦਾ ਜੀਜਾ ਕੌਣ ਸੀ ਅਤੇ ਕੀ ਕੰਮ ਕਰਦਾ ਸੀ? ਗੁਰੂ ਜੀ ਦਾ ਜੀਜਾ ਜੈ ਰਾਮ ਸੀ। ਉਹ ਸੁਲਤਾਨਪੁਰ ਦੇ ਨਵਾਬ ਦਾ ਮੋਦੀ ਸੀ। ਜੈ ਰਾਮ ਨੇ ਗੁਰੂ ਨਾਨਕ ਦੇਵ ਜੀ ਲਈ ਕੀ ਕੁਛ ਕੀਤਾ? ਜਦੋਂ ਜੈ ਰਾਮ ਨੇ ਇਹ ਸੁਣਿਆ ਕਿ ਗੁਰੂ ਨਾਨਕ ਹੈਰਾਨ ਰਹਿੰਦਾ ਹੈ ਅਤੇ ਕੋਈ ਕੰਮ ਕਾਰ ਨਹੀਂ ਕਰਦਾ, ਗੁਰੂ ਨਾਨਕ ਦੇਵ ਜੀ ਹੈਰਾਨ ਰਹਿੰਦੇ ਹਨ ਅਤੇ ਕੋਈ ਕੰਮ ਕਾਰ ਨਹੀਂ ਕਰਦੇ, ਤਾਂ ਉਸਨੇ ਚਿੱਠੀ ਲਿਖ ਕੇ ਉਹਨਾਂ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਖਾਣ ਤੋਂ ਆਗਿਆ ਲੈ ਕੇ ਨੌਕਰੀ 'ਤੇ ਲਾ ਦਿੱਤਾ। ਸੁਲਤਾਨਪੁਰ ਰਹਿੰਦਿਆਂ ਗੁਰੂ ਜੀ ਦਾ ਨਿੱਤ ਕਰਮ ਕੀ ਸੀ? ਗੁਰੂ ਜੀ ਹਰ ਰੋਜ਼ ਰਸੋਈ ਤਿਆਰ ਕਰਦੇ ਅਤੇ ਸਾਰੇ ਮਿਲ ਕੇ ਲੰਗਰ ਛਕਦੇ ਅਤੇ ਰੋਜ਼ ਰਾਤ ਨੂੰ ਕੀਰਤਨ ਕਰਦੇ। ਗੁਰੂ ਜੀ ਸਵੇਰ ਹੋਣ ਤੋਂ ਪਹਿਲਾਂ ਹੀ ਨਦੀ 'ਤੇ ਇਸ਼ਨਾਨ ਕਰਕੇ ਆਪਣੇ ਕੰਮ 'ਤੇ ਚਲੇ ਜਾਂਦੇ। ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਜਾਣ ਤੋਂ ਪਹਿਲਾਂ ਆਪਣੀ ਪਤਨੀ ਨਾਲ ਹੋਈ ਵਾਰਤਾਲਾਪ ਨੂੰ ਲਿਖੋ। ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਨੂੰ ਜਾਣ ਲੱਗੇ ਤਾਂ ਉਹਨਾਂ ਦੀ ਪਤਨੀ ਵੀ ਨਾਲ ਜਾਣ ਦੀ ਜਿੱਦ ਕਰਨ ਲੱਗੀ। ਉਹ ਕਹਿਣ ਲੱਗੀ ਕਿ ਉਹ ਘਰ ਬੈਠੇ ਹੁੰਦੇ ਹਨ ਤਾਂ ਉਹ ਸਮਝਦੀ ਹੈ ਕਿ ਉਹਨਾਂ ਨੂੰ ਸਾਰੇ ਸੰਸਾਰ ਦੀ ਪਾਤਸ਼ਾਹੀ ਮਿਲੀ ਹੋਈ ਹੈ। ਉਹਨਾਂ ਤੋਂ ਬਿਨਾਂ ਇਹ ਸੰਸਾਰ ਉਸਦੇ ਕਿਸੇ ਕੰਮ ਨਹੀਂ। ਗੁਰੂ ਜੀ ਨੇ ਕਿਹਾ ਕਿ ਉਹ ਕੋਈ ਫਿਕਰ ਨਾ ਕਰੇ, ਜਦੋਂ ਕੋਈ ਰੁਜ਼ਗਾਰ ਦੀ ਗੱਲ ਬਣੇਗੀ ਤਾਂ ਉਸ ਨੂੰ ਵੀ ਬੁਲਾ ਲੈਣਗੇ। ਇਹ ਸੁਣ ਕੇ ਗੁਰੂ ਜੀ ਦੀ ਪਤਨੀ ਚੁੱਪ ਹੋ ਗਈ। ਇਹ ਸੀ ਬੇਟਾ ਆਪਣੇ ਵਾਰਤਕ ਭਾਗ ਦੇ ਮੋਦੀਖਾਨਾ ਪੁਰਾਤਨ ਜਨਮ ਸਾਖੀ, ਮੋਦੀਖਾਨਾ ਸੰਭਾਲਿਆ ਅਤੇ ਸੁਲਤਾਨਪੁਰ ਦੀ ਤਿਆਰੀ। ਇਸ ਦੇ ਬੇਟਾ ਕੁਐਸਚਨ ਆਨਸਰ ਨੇ, ਇਹ ਤੁਸੀਂ ਰੀਡਰ ਨੋਟਬੁੱਕ 'ਤੇ ਨੋਟ ਕਰਨੇ ਨੇ। ਰੀਡਰ ਨੋਟਬੁੱਕ ਦੇ 3 ਪਾਰਟ ਕਰ ਲਓ। ਫਸਟ ਪਾਰਟ 'ਤੇ ਆਪਾਂ ਸਾਹਿਤਮਾਲਾ ਸਟਾਰਟ ਕੀਤੀ, ਸੈਕਿੰਡ 'ਤੇ ਤੁਸੀਂ ਵਾਰਤਕ ਭਾਗ ਸਟਾਰਟ ਕਰਨਾ, ਥਰਡ 'ਤੇ ਤੁਸੀਂ ਇਕਾਂਗੀ ਅਤੇ ਫੇਅਰ ਰਾਈਟਿੰਗ ਹੋਣੀ ਚਾਹੀਦੀ ਹੈ। ਕਿਤੋਂ ਬੇਟਾ ਕੁਛ ਨਾ ਪਤਾ ਤੁਹਾਨੂੰ ਲੱਗਿਆ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਓਕੇ ਬੇਟਾ।